ਜੇ ਤੁਸੀਂ ਇਹ ਸੋਚਦੇ ਹੋ ਕਿ ਸਰਕਾਰੀ ਦਫ਼ਤਰਾਂ ਵਿੱਚ ਕੰਮ ਕਰਾਉਣ ਲਈ ਰਿਸ਼ਵਤ ਦੇਣਾ ਤੁਹਾਡੀ ਮਜਬੂਰੀ ਹੈ ਤਾਂ ਤੁਹਾਨੂੰ ਬਹੁਤ ਸਾਵਧਾਨ ਹੋਣ ਦੀ ਲੋੜ ਹੈ, ਕਿਉਂਕਿ ਭ੍ਰਿਸ਼ਟਾਚਾਰ ਦੇ ਖਿਲਾਫ ਸੰਸਦ ਦੇ ਵਿੱਚ ਨਵਾਂ ਕਾਨੂੰਨ ਪਾਸ ਹੋ ਗਿਆ, ਜਿਸ ਦੇ ਮੁਤਾਬਕ ਹੁਣ ਰਿਸ਼ਵਤ ਲੈਣ ਵਾਲੇ ਦੇ ਨਾਲ ਦੇਣ ਵਾਲਾ ਵੀ ਗੁਨਾਹਗਾਰ ਹੋਵੇਗਾ। ਦੇਸ਼ ਵਿੱਚ ਰਿਸ਼ਵਤ ਦੇ ਖਿਲਾਫ ਵੱਡਾ ਕਦਮ ਚੁੱਕਿਆ ਗਿਆ ਹੈ। ਸੰਸਦ ਨੇ ਪਹਿਲੀ ਵਾਰ ਰਿਸ਼ਵਤ ਲੈਣ ਦੇ ਨਾਲ ਰਿਸ਼ਵਤ ਦੇਣ ਵਾਲਿਆਂ ਨੂੰ ਵੀ ਸਜ਼ਾ ਦੇਣ ਦੀ ਵਿਵਸਥਾ ਕਰ ਦਿੱਤੀ ਹੈ। ਇਸ ਦੇ ਲਈ ਸਾਲ 1988 ਦੇ ਭ੍ਰਿਸ਼ਟਾਚਾਰ ਵਿਰੋਧੀ ਕਾਨੂੰਨ ਵਿੱਚ ਸੋਧ ਵਾਲਾ ਬਿੱਲ ਪਾਸ ਕਰ ਦਿੱਤਾ ਗਿਆ ਹੈ। ਬਿੱਲ ਨੂੰ ਲੋਕ ਸਭਾ ਨੇ ਮੰਗਲਵਾਰ ਨੂੰ ਪਾਸ ਕੀਤਾ, ਜਦਕਿ ਰਾਜ ਸਭਾ ਨੇ ਪਿਛਲੇ ਹਫ਼ਤੇ 43 ਸੋਧਾਂ ਨਾਲ ਇਸ ਨੂੰ ਪਾਸ ਕਰ ਦਿੱਤਾ ਸੀ। ਹੁਣ ਰਾਸ਼ਟਰਪਤੀ ਦੀ ਮਨਜ਼ੂਰੀ ਤੋਂ ਬਾਅਦ ਜਲਦ ਹੀ ਇਹ ਐਕਟ ਬਣ ਕੇ ਲਾਗੂ ਵੀ ਹੋ ਜਾਵੇਗਾ। ਇਸ ਨਵੇਂ ਸੋਧ ਬਿੱਲ ਦੀ ਖਾਸ ਗੱਲ ਇਹ ਹੈ ਕਿ ਸਿਰਫ ਰਿਸ਼ਵਤ ਲੈਣਾ ਹੀ ਅਪਰਾਧ ਨਹੀਂ, ਸਗੋਂ ਰਿਸ਼ਵਤ ਲੈਣ ਦੀ ਚਾਹਤ ਰੱਖਣਾ ਜਾਂ ਮੰਗਣਾ ਵੀ ਅਪਰਾਧ ਦੀ ਸ਼੍ਰੇਣੀ ਵਿੱਚ ਆਵੇਗਾ। ਦੂਜਾ ਇਹ ਕਿ ਪਹਿਲਾਂ ਸਿਰਫ ਰਿਸ਼ਵਤ ਲੈਣ ਵਾਲਾ ਅਪਰਾਧੀ ਮੰਨਿਆ ਜਾਂਦਾ ਸੀ, ਪਰ ਰਿਸ਼ਵਤ ਦੇਣ ਵਾਲੇ ਤੇ ਵੱਡੀ ਕਾਰਵਾਈ ਨਹੀਂ ਹੁੰਦੀ ਸੀ। ਇਸ ਲਈ ਹੁਣ ਰਿਸ਼ਵਤ ਦੇਣਾ ਜਾਂ ਉਸ ਦੀ ਪੇਸ਼ਕਸ਼ ਕਰਨ ਨੂੰ ਵੀ ਅਪਰਾਧ ਬਣਾ ਦਿੱਤਾ ਗਿਆ ਹੈ। ਦੋਵਾਂ ਹੀ ਮਾਮਲਿਆਂ ਵਿੱਚ ਸਜ਼ਾ ਪਹਿਲਾਂ ਘੱਟੋ-ਘੱਟ 6 ਮਹੀਨੇ ਕੈਦ ਤੋਂ ਵਧਾ ਕੇ 3 ਸਾਲ ਕੈਦ ਅਤੇ ਵੱਧੋ-ਵੱਧ 3 ਸਾਲ ਤੋਂ ਵਧਾ ਕੇ 5 ਸਾਲ ਕੈਦ ਕਰ ਦਿੱਤੀ ਗਈ ਹੈ। ਵੱਡੀ ਗੱਲ ਇਹ ਵੀ ਹੈ ਕਿ ਪਹਿਲੀ ਵਾਰ ਭ੍ਰਿਸ਼ਟਾਚਾਰ ਨਾਲ ਜੁੜੇ ਮਾਮਲਿਆਂ ਨਾਲ ਨਜਿੱਠਣ ਲਈ ਸਮਾਂ ਹੱਦ ਨਿਰਧਾਰਤ ਕੀਤੀ ਗਈ ਹੈ। ਅਜਿਹੇ ਮਾਮਲਿਆਂ ਦਾ 2 ਸਾਲ 'ਚ ਨਿਪਟਾਰਾ ਕਰਨਾ ਲਾਜ਼ਮੀ ਹੋਵੇਗਾ। ਇਸੇ ਤਰ੍ਹਾਂ ਸਰਕਾਰੀ ਅਫਸਰਾਂ ਦੇ ਖਿਲਾਫ ਜਾਂਚ ਦੀ ਮਨਜ਼ੂਰੀ ਵੀ 3 ਮਹੀਨਿਆਂ ਦੇ ਅੰਦਰ ਦੇਣਾ ਲਾਜ਼ਮੀ ਬਣਾਇਆ ਗਿਆ ਹੈ। ਇਸ ਤੋਂ ਇਲਾਵਾ ਮੈਂਬਰ ਪਾਰਲੀਮੈਂਟ ਅਤੇ ਵਿਧਾਇਕਾਂ ਨੂੰ ਵੀ ਇਸ ਕਾਨੂੰਨ ਦੇ ਦਾਇਰੇ ਵਿੱਚ ਲੈ ਆਂਦਾ ਗਿਆ ਹੈ। ਭ੍ਰਿਸ਼ਟਾਚਾਰ ਰੋਕੂ ਸੋਧ ਬਿੱਲ ਪਾਸ ਕਰਾਉਣ ਲਈ ਹੇਠਲੇ ਸਦਨ 'ਚ ਬਿੱਲ ਪੇਸ਼ ਕਰਦਿਆਂ ਪ੍ਰਧਾਨ ਮੰਤਰੀ ਦਫ਼ਤਰ ਦੇ ਰਾਜ ਮੰਤਰੀ ਜਤਿੰਦਰ ਸਿੰਘ ਨੇ ਕਿਹਾ ਕਿ ਇਸ ਦਾ ਉਦੇਸ਼ ਪਾਰਦਰਸ਼ਤਾ ਅਤੇ ਸਰਕਾਰ ਦੀ ਜਵਾਬਦੇਹੀ ਵਧਾਉਣਾ ਹੈ। ਨਾਲ ਹੀ ਇਸ ਦਾ ਉਦੇਸ਼ ਕਾਨੂੰਨ ਤਹਿਤ ਧਾਰਾਵਾਂ ਨੂੰ ਸਖਤ ਕਰਨਾ ਵੀ है। इसमें प्रमुख तौर पर जैसे कि बार बार कहा गया, ब्राइब गिवर का क्लॉज इज ए काइंड ऑफ a new introduction or an improved introduction on the earlier concept कि जो रिश्वत देता है उसको भी उतनी ही जिम्मेवारी ठहराई जाए जो लेता है। इससे न केवल रिश्वत देने की प्रक्रिया को प्रोत्साहन नहीं मिलेगा, बल्कि साथ साथ कभी कभी फ्रिवलस जो कंप्लेंट्स होती हैं पब्लिक, हम सारे पब्लिक सर्विस, वी आर ऑल्सो इंक्लूडेड इन दिस, द मेंबर्स ऑफ पार्लियामेंट, कोई भी आकर के शिकायत कर देगा कि फलां ने मेरे से पैसे लिए, and then the onus is on you to prove that you didn't do so. In this case, one who claims that I give will also have to explain why he gave or why he has become a giver. So this is a kind of a new improvisation. At the same time, ਇਸ ਬਿੱਲ ਨੂੰ ਸਰਕਾਰ ਵੱਡੀ ਉਪਲਬਧੀ ਕਰਾਰ ਦੇ ਰਹੀ ਹੈ, ਜਦਕਿ ਕਾਨੂੰਨ ਦੇ ਜਾਣਕਾਰ ਇਸ ਤੇ ਕੁਝ ਸ਼ੰਕੇ ਵੀ ਜਤਾ ਰਹੇ ਨੇ। 58 ਦੇ ਐਕਟ ਵਿੱਚ ਜਿਹੜੀਆਂ ਪ੍ਰੋਵੀਜ਼ਨ ਸੀਗੀਆਂ ਉਹ ਕੁਆਇਟ ਸਫੀਸ਼ੀਐਂਟ ਸੀਗੀਆਂ ਅਗਰ ਡੀਲ ਕਰਨਾ ਚਾਹੁੰਦੇ ਸੀ, ਲੇਕਿਨ ਉਹਦੇ ਵਿੱਚ ਅੱਜ ਤੱਕ ਕੋਈ ਕਰਪਸ਼ਨ ਵੱਧੀ ਹੈ, ਘਟੀ ਤਾਂ ਨਹੀਂ। ਕੁਐਸਚਨ ਹੈ ਐਕਟ ਬਣਾਉਣ ਨਾਲ ਕੋਈ ਚੀਜ਼ ਨਹੀਂ ਹੁੰਦੀ, ਐਕਟ ਨੂੰ ਇੰਪਲੀਮੈਂਟ ਕਰਨ ਦੀ ਜ਼ਰੂਰਤ ਹੁੰਦੀ ਹੈ, ਲਾਅ ਨੂੰ ਇੰਪਲੀਮੈਂਟ ਕਰਨ ਦੀ ਜ਼ਰੂਰਤ ਹੈ। ਹੁਣ ਉਹਨਾਂ ਨੇ ਕਹਿਤਾ ਕਿ ਗਵਰਨਮੈਂਟ ਦੀ ਪਰਮਿਸ਼ਨ, ਦਾ ਕੰਸਰਨ ਡਿਪਾਰਟਮੈਂਟ ਦੀ ਪਰਮਿਸ਼ਨ, ਕੰਸਰਨ ਡਿਪਾਰਟਮੈਂਟ ਦੀ ਅਥਾਰਟੀ ਤੋਂ ਪਰਮਿਸ਼ਨ ਲਓ। ਸਵਾਲ ਹੈ ਤੁਸੀਂ ਅਪਲਾਈ ਕੀਤਾ, ਕਰਪਸ਼ਨ ਦੀ ਗੱਲ ਉਹਦੇ ਖਿਲਾਫ ਆਈ, ਤੁਸੀਂ ਰਿਕੁਐਸਟ ਕੀਤਾ, 3 ਸਾਲ ਪਹਿਲੇ ਲੱਗ ਰਹੇ ਨੇ। ਕਈ ਕੇਸੇ ਜੁਆਇੰਟ ਸੈਕਟਰੀ 8-8 ਸਾਲ ਪਰਮਿਸ਼ਨ ਨਹੀਂ ਮਿਲੀ, ਸੈਕਟਰੀ ਦੇ ਖਿਲਾਫ ਪਰਮਿਸ਼ਨ ਨਹੀਂ ਮਿਲਦੀ। तो ये हूँ उन्होंने सारे पब्लिक सर्वेंट को कहता है कि ये तो एक इन केस इट इज़ इंप्लीमेंटेड इन दिस वे, तो यदा मतलब है कि तुम इम्यूनिटी देती उन्होंने। हूँ सिर्फ इन्नी गल हो गई जे हर तीजे दिन जो देन वाला है उन्होंने तंग करके होर उहदे कोलों पैसा खाणगे। उधर इस बिल ते सियासत भी भग गई है। कांग्रेस इस नूं सरकार दीआं अपणीआं नाकामियां लुकाउण दी कोशिश करार दे रही है, ਤਾਂ ਭਾਜਪਾ ਨੇ ਵੀ ਕਾਂਗਰਸ ਨੂੰ ਭ੍ਰਿਸ਼ਟਾਚਾਰ ਦੀ ਸਿਰਜਣਹਾਰ ਕਰਾਰ ਦੇ ਦਿੱਤਾ ਹੈ। ਦੇਖੋ ਗੱਲ ਇੱਕ ਤਾਂ ਠੀਕ ਹੈ ਬਿਲਕੁਲ ਕਿ ਕਈ ਵਾਰੀ ਗਲਤ ਇਲਜ਼ਾਮ ਵੀ ਲੱਗ ਜਾਂਦੇ ਆ, ਤੇ ਜੇ ਬੰਦਾ ਕਿਉਂ ਦੇਵੇ, ਜਿਹੜਾ ਦਿੰਦਾ ਉਹਨਾਂ ਕਸੂਰਵਾਰ ਹੈ, ਉਹ ਕਰਪਸ਼ਨ ਕਰਦਾ, ਜਿਹੜਾ ਕਰਪਸ਼ਨ ਕਰਦਾ ਤੇ ਕਰਪਸ਼ਨ ਦਿੰਦਾ ਉਹ ਤਾਂ ਕਸੂਰਵਾਰ ਤਾਂ ਦੋਨੋਂ ਨਹੀਂ ਨੇ।
ਇਸ ਕਰਕੇ मैं समझदा ਇਹਦੇ ਨਾਲ ਕੋਈ ना कोई फर्क जरूर पेगा। सहज स्वभाव से काम सरकारी ऑफिस के अंदर होता रहे तो ना तो किसी को रिश्वत देने की नौबत आएगी, ना ही किसी लेने की हिम्मत होगी। अपनी कमज़ोरी के ऊपर पर्दा डालने के लिए ये प्रयास किया गया है। मैं समझता हूँ कि जिस तरह पहले विसल ब्लोअर्स के खिलाफ ये कार्रवाई करने की प्रथा चली थी कि कोई करप्शन के खिलाफ आवाज़ ना उठा सके, उसी तरह इनको भी इसमें संलिप्त करके सरकार ने, मैं समझता हूँ, अपनी कमज़ोरी जाहिर की है। 7 साल की कैद करप्शन देने वाले और लैन वाले। ਅੱਜ ਕਾਂਗਰਸ ਦੇ ਪੇਟ ਦੇ ਵਿੱਚ ਪੀੜ ਹੋ ਰਹੀ ਹੈ ਕਿ ਕਾਂਗਰਸ ਨੇ ਹਿੰਦੁਸਤਾਨ 'ਚ ਦੇਸ਼ ਦੀ ਆਜ਼ਾਦੀ ਤੋਂ ਬਾਅਦ ਇੱਕ ਵੰਸ਼ ਨੇ ਇੱਕ ਰਾਜ ਐਸਾ ਕੀਤਾ ਹੈ, ਵੰਸ਼ ਦੇ ਰਾਜ ਨੇ ਹਿੰਦੁਸਤਾਨ 'ਚ ਕਰਪਸ਼ਨ ਨਾਮ ਦਾ ਵਿਸ਼ ਪੈਦਾ ਕਰ ਦਿੱਤਾ। ਰਾਹੁਲ ਗਾਂਧੀ ਜੀ ਦੇ ਪਿਤਾ ਜੀ ਰਾਜੀਵ ਗਾਂਧੀ ਕਹਿੰਦੇ ਸੀ ਮੈਂ 100 ਰੁਪਏ ਭੇਜਣਾ 86 ਰੁਪਏ ਚੋਰੀ ਹੋ ਜਾਂਦੇ ਨੇ, 14 ਰੁਪਏ ਆਮ ਆਦਮੀ ਤੱਕ ਪਹੁੰਚਦੇ। ਅੱਜ ਅਸੀਂ ਸਰਕਾਰ ਦੀ 100 ਰੁਪਏ ਦਿੱਲੀ ਹੋ ਜਾਂਦੇ ਨੇ ਤੇ ਪਿੰਡ 'ਚ ਬੈਠੇ ਵਿਅਕਤੀ ਤੱਕ 100 ਰੁਪਏ ਹੀ ਪਹੁੰਚਦੇ ਨੇ। ਇਹ ਜਿਹੜਾ ਨਵਾਂ ਬਿੱਲ ਏ, ਇਸ ਦੇ ਅੰਦਰ ਜੇਕਰ ਕਿਸੇ ਵੀ ਕਰਮਚਾਰੀ ਦੇ ਉੱਤੇ ਕੋਈ ਐਕਸ਼ਨ ਲੈਣਾ ਹੋਏਗਾ ਤਾਂ ਉਹ ਵਿਭਾਗ ਤੋਂ ਮਨਜ਼ੂਰੀ ਲੈਣੀ ਹੋਏਗੀ। ਜ਼ਾਹਿਰ ਜੀ ਗੱਲ ਹੈ, ਵਿਭਾਗ ਤੋਂ ਮਨਜ਼ੂਰੀ ਮਿਲਣਾ ਆਪਣੇ ਆਪ 'ਚ ਇੱਕ ਟੇਢੀ ਖੀਰ ਹੋਏਗੀ, ਜਿਸ ਨਾਲ ਸ਼ਾਇਦ ਆਰੋਪੀ ਬਹੁਤ ਦੇਰ ਤੱਕ ਬਚਦਾ ਰਹੇਗਾ। ਦੇਖਣਾ ਹੋਏਗਾ ਕਿ ਸਰਕਾਰ ਇਸ ਤੇ किस तरीके के कदम चुकती है। दूसरे पासे जेकर सियासी पार्टियां दी मनीए तो कांग्रेस ने कहना है कि मोदी सरकार कुछ नहीं कर सकी तो हुण सिर्फ अपने आप नूं बचाउण वास्ते इस तरीके का एक बिल लैके आई है। उत्थे बीजेपी ने पलटवार करदे होया कहा कि पिछले 4 साल की सरकार दे विच अजे तक एक भी घोटाला सामने नहीं आया। कैमरा पर्सन विक्रम डोगरा दे नाल हरप्रीत सिंह, PTC न्यूज़, दिल्ली।